ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਿਚੁਅਲ ਜਰਨੀ। ਦਰਸ਼ਨ ਮਾਰਗ ਇਹਦੇ ਵਿੱਚ ਅਸੀਂ ਜੋ ਹਜ਼ੂਰ ਮਹਾਰਾਜ ਜੀ ਦੇ ਜੀਵਨ ਕਾਲ 'ਚ ਸੰਗਤਾਂ ਨਾਲ ਹੋਏ ਵੱਖਰੇ ਵੱਖਰੇ ਕੀ ਕਹਿੰਦੇ ਨੇ ਦਾਤੇ ਦੇ ਕੋਤਕ, ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਇਸ ਕਰਕੇ ਹੈ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈਗੀ ਹੈ ਜਾਂ ਨਵੇਂ ਸੇਵਕ ਹੈਗੇ ਆ, ਉਹਨਾਂ ਨੂੰ ਹਜ਼ੂਰ ਬਾਰੇ ਪਤਾ ਲੱਗ ਸਕੇ, ਮਹਾਰਾਜ ਦਰਸ਼ਨ ਦਾਸ ਜੀ ਬਾਰੇ ਪਤਾ ਲੱਗ ਸਕੇ, ਕਿਉਂਕਿ ਉਹ ਉਸ ਟਾਈਮ ਕਾਲ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਸਨ। ਵੈਸੇ ਤੇ ਜਿੰਨੀਆਂ ਵੀ ਰੂਹਾਂ ਉਹਨਾਂ ਦੇ ਨਾਲ ਅਟੈਚ ਹੁੰਦੀਆਂ, ਉਹ ਆਪ ਲਿਆਂਦੇ ਨੇ, ਆਪ ਕਿਰਪਾ ਕਰਦੇ ਨੇ ਤੇ ਉਹਨਾਂ ਦਾ ਆਣਾ ਜਾਣਾ ਸ਼ੁਰੂ ਹੋ ਜਾਂਦਾ। ਇਹ ਨਹੀਂ ਕਿ ਸਾਰੇ ਉਸ ਟਾਈਮ ਤੇ ਹੀ ਆਉਂਦੇ ਨੇ। ਅੱਜ ਕਿੰਨੇ ਸੈਕਟ ਨੇ ਜਿਨ੍ਹਾਂ ਨੂੰ ਕੋਈ ਨਾਨਕ ਨਾਮ ਲੇਵਾ ਕਹਿੰਦਾ ਹੈ, ਕੋਈ ਆਪਣਾ ਨਾਨਕ ਕੀਰਤਨੀਏ ਕਹਿੰਦੇ ਨੇ, ਨਿਸਕਾਮ ਸੇਵਾ, ਕਿੰਨੇ ਕਾਫੀ ਹੈਗੇ ਨੇ ਸੈਕਟ। ਪਰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਜਾਂ ਉਹਨਾਂ ਦੇ ਨਾਲ ਨਹੀਂ ਸਨ, ਕਿਉਂਕਿ ਹੁਣ ਹੋਏ ਨੇ। ਪਰ ਕਹਿੰਦੇ ਆ ਕਿ ਰੱਬ ਹਮੇਸ਼ਾ ਹੀ ਕੀ ਕਹਿੰਦੇ ਸਰਵ ਵਿਆਪੀ ਆ, ਉਹ ਹੈ, ਉਹ ਅੱਜ ਵੀ ਹੈ। ਮੈਂ ਆਪਣੇ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦੀ ਤੁਲਨਾ ਨਹੀਂ ਕਰ ਰਿਹਾ ਕਿਸੇ ਵੀ ਮਹਾਂਪੁਰਖ, ਕਿਸੇ ਵੀ ਪੈਗੰਬਰ ਦੇ ਨਾਲ, ਕਿਉਂਕਿ ਮੇਰੀ ਔਕਾਤ ਹੀ ਨਹੀਂ ਹੈ ਮੈਂ ਕਰ ਸਕਾਂ, ਕਿਉਂਕਿ ਮੈਨੂੰ ਇੰਨਾ ਗਿਆਨ ਨਹੀਂ ਹੈ। ਪਰ ਆਪਣੇ ਮਹਿਬੂਬ, ਆਪਣੇ ਗੁਰੂ ਦੀ ਉਸਤ ਕਰ ਰਿਹਾ ਕਿ ਇਸ ਤਰ੍ਹਾਂ ਹੀ ਹਜ਼ੂਰ ਨੂੰ ਮਿਲਣ ਵਾਸਤੇ ਜਾਂ ਹਜ਼ੂਰ ਦੇ ਨਾਲ ਅਟੈਚ ਹੋਣ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਥਰੂ ਮਾਰਗ ਮਿਲਦਾ। ਜਿਸ ਤਰ੍ਹਾਂ ਮਹਾਰਾਜ ਜੀ ਕੋਲ ਆਉਣ ਦਾ ਕਾਰਨ ਸੀ ਹਰ ਇੱਕ ਦਾ, ਕਿ ਕੋਈ ਨਾ ਕੋਈ ਉਹਨਾਂ ਨੂੰ ਲੈ ਕੇ ਆਇਆ। ਆਪ ਹੋ ਰਹੇ ਜਾਂ ਨਹੀਂ, ਆਪ ਉਹਨਾਂ ਨੇ ਸੇਵਾ ਕੀਤੀ ਜਾਂ ਨਹੀਂ, ਪਰ ਸਾਨੂੰ ਲੋਕਾਂ ਨੂੰ ਉਹਨਾਂ ਦੇ ਨਾਲ ਅਟੈਚ ਕਰ ਗਏ। ਸੋ ਸਾਨੂੰ ਅਟੈਚ ਕਰ ਗਏ ਤੇ ਜਿਹਦੇ ਨਾਲ, ਜਿਹਦੇ ਸਵਾਬ ਨਾਲ ਅਸੀਂ ਆਏ ਹਾਂ, ਸਾਡਾ ਉਹਦਾ ਵੀ ਧੰਨਵਾਦ ਕਰਨ ਦਾ ਹੱਕ ਬਣਦਾ, ਫਰਜ਼ ਬਣਦਾ। ਹੁਣ ਮਿਸ਼ਨ 'ਚ ਹਜ਼ੂਰ ਮਹਾਰਾਜ ਜੀ ਸਰੀਰਕ ਰੂਪ ਤੇ ਨਹੀਂ ਹੈ, ਪਰ ਕੀ ਉਹ ਕੰਮ ਨਹੀਂ ਹੁੰਦੇ, ਜਾਂ ਕੀ ਅਸੀਂ ਸਤਸੰਗ ਨਹੀਂ ਸੁਣਦੇ, ਕਿ ਅਸੀਂ ਕਿਸੇ ਵੀ ਡੇਰਾ ਦਰਬਾਰ ਤੇ ਨਹੀਂ ਜਾਂਦੇ? ਅਸੀਂ ਜਾਂਦੇ ਹਾਂ, ਪਰ ਉਹ ਕਿਸੇ ਨਾ ਕਿਸੇ ਕਾਰਨ ਬਣਨ ਦਾ ਕਾਰਨ ਹੈ। ਕਿਹਦੇ ਕੋਲ ਕਿੰਨੇ ਠੀਕ ਹੋਣਾ ਇਹ ਉਹ ਜਾਣਦਾ, ਉਹ ਕਿਹਦੇ ਥਰੂ ਕਿੰਨੇ ਠੀਕ ਹੋਣਾ ਉਹ ਜਾਣਦਾ, ਪਰ ਠੀਕ ਕਿੰਨੇ ਕਰਨਾ ਉਹ ਅੱਲਾ ਹੀ ਤਾਕਤ ਨੇ, ਉਹ ਸਾਡੇ ਗੁਰੂ ਮਹਾਰਾਜ ਜੀ ਦਰਸ਼ਨ ਦਾਸ। ਅੱਜ ਮੈਂ ਤੁਹਾਨੂੰ ਆਪਣੇ ਪਿਤਾ ਜੀ ਦਾਸ ਓਮ ਪ੍ਰਕਾਸ਼ ਜੀ, ਜਿਨ੍ਹਾਂ ਨੂੰ ਬਾਊ ਜੀ ਕਹਿੰਦੇ ਸੀ, ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਓਮ ਤੂੰ ਸਾਡੀ ਦਾਸਤਾਨ ਲਿਖਣੀ ਹੈ। ਦਾਸਤਾਨ ਮੀਨ ਸਾਡੀ ਤੂੰ ਹਿਸਟਰੀ ਲਿਖਣੀ ਕਰਨੀ। ਤੇ ਉਹਨਾਂ ਨੂੰ ਇੱਕ ਫੋਟੋ ਵੀ ਹੈ, ਉਹਨਾਂ ਨੂੰ ਮਹਾਰਾਜ ਜੀ ਨੇ ਡਾਇਰੀ ਤੇ ਇੱਕ ਪੈਨ ਵੀ ਦਿੱਤਾ। ਤੇ ਉਸ ਵੇਲੇ ਸਬੱਬੀ ਤੌਰ ਤੇ ਉਹ ਫੋਟੋ ਖਿੱਚੀ ਹੋਈ ਹੈ, ਫੋਟੋ ਵੀ ਹੈ, ਕਿਸੇ ਵੇਲੇ ਮੈਂ ਦਿਖਾਵਾਂਗਾ ਤੁਹਾਨੂੰ। ਤੇ ਡੈਡੀ ਨੂੰ ਉਹਨਾਂ ਨੇ ਆਪਣਾ ਨਾਲ ਸਾਰਥੀ ਬਣਾ ਲਿਆ। ਜ਼ਿਆਦਾਤਰ ਜਿੱਥੇ ਵੀ ਜਾਂਦੇ ਸੀਗੇ ਤੇ ਡੈਡੀ ਉਸ ਸਮੇਂ ਨਾਲ ਜਾਂਦੇ ਸੀ, ਤੇ ਡੈਡੀ ਨੇ ਲਿਖਣਾ ਸ਼ੁਰੂ ਕਰ ਦਿੱਤਾ। ਡੈਡੀ ਦੀ ਇੰਟਰਵਿਊ ਤਾਂ ਨਹੀਂ ਕਰ ਸਕਿਆ ਮੈਂ, ਬਹੁਤ ਚਲੋ ਅਭਾਗਾ ਵਾਂ, ਉਸ ਵੇਲੇ ਮੌਕਾ ਹੀ ਨਹੀਂ ਮਿਲਿਆ ਇਹ ਕਰਨ ਦਾ, ਸੋਚ ਹੀ ਨਹੀਂ ਆਈ, ਜਾਂ ਮਹਾਰਾਜ ਜੀ ਨਹੀਂ ਚਾਹੁੰਦੇ ਸੀਗੇ। ਪਰ ਉਹਨਾਂ ਦੀ ਲਿਖੀ ਜਿਹੜੀ ਡਾਇਰੀ ਹੈ, ਉਹਨਾਂ ਵਿੱਚੋਂ ਮੈਂ ਤੁਹਾਨੂੰ ਕਦੀ ਕਦੀ ਸੁਣਾਵਾਂਗਾ ਜੋ ਉਹ ਲਿਖਦੇ ਰਹਿੰਦੇ ਸੀ। ਉਹ ਹੂਬਹੂ ਲਿਖਦੇ ਸੀਗੇ ਜਿਸ ਤਰ੍ਹਾਂ ਦੇਖਦੇ ਸੀਗੇ। ਤੇ ਅੱਜ ਮੈਂ ਤੁਹਾਨੂੰ ਉਹਨਾਂ ਦੀ ਡਾਇਰੀ ਚੋਂ ਇੱਕ ਪੜ੍ਹ ਕੇ ਦਿਖਾਉਣਾ ਕਿ ਜਿਸ ਤਰ੍ਹਾਂ ਮਹਾਰਾਜ ਜੀ ਦੇ ਕੋਲ ਬਹੁਤ ਦੁਖੀ ਲੋਕ ਆਉਂਦੇ ਸੀਗੇ, ਦੁਖੀ ਆਤਮਾਵਾਂ ਆਉਂਦੀਆਂ ਸੀਗੀਆਂ। ਕੁਛ ਸੀ ਜਿਨ੍ਹਾਂ ਨੂੰ ਸਰੀਰਕ ਰੋਗ ਹੁੰਦਾ ਸੀਗਾ, ਕੁਛ ਸੀ ਜਿਨ੍ਹਾਂ ਨੂੰ ਸਰੀਰਕ ਦੇ ਵਿੱਚ ਇਹੋ ਜਿਹੀ ਪਰੇਸ਼ਾਨੀ ਹੁੰਦੀ ਸੀ ਕਿ ਜਿਹੜੀਆਂ ਆਤਮਾਵਾਂ ਜਿਨ੍ਹਾਂ ਦੀ ਮੁਕਤੀ ਨਹੀਂ ਹੋਈ, ਉਹ ਕਿਸੇ ਨਾ ਕਿਸੇ ਸਰੀਰ ਦੇ ਵਿੱਚ ਚਲੇ ਜਾਂਦੀਆਂ ਕਿਸੇ ਥਰੂ, ਜਾਂ ਕੋਈ ਕਿਸੇ ਕੋਲ ਜਾ ਕੇ ਤਾਂਤਰਿਕ ਕੋਲ ਕਿਸੇ ਨਾਲ ਵੈਰ ਵਿਰੋਧ ਲੈਣ ਵਾਸਤੇ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ, ਤੇ ਉਹ ਚੀਜ਼ਾਂ ਕੋਲੋਂ ਕੰਮ ਕਰਾਉਂਦੇ ਆ। ਉਹਨਾਂ ਦੇ ਸਰੀਰ ਦੇ ਅੰਦਰ ਉਹਨਾਂ ਦੀ ਕੀ ਕਹਿੰਦੇ ਆ ਹਾਜ਼ਰੀ ਹੋ ਜਾਂਦੀ ਹੈ, ਤੇ ਉਹ ਸਰੀਰ ਨੂੰ ਆਪਣੇ ਕਬਜ਼ੇ 'ਚ ਕਰ ਲੈਂਦੇ ਆ। ਜਿੱਦਾਂ ਉਹ ਚਾਹੁੰਦੇ ਆ ਤੇ ਉਦਾਂ ਹੀ ਉਹ ਸਰੀਰ ਕੰਮ ਕਰਦਾ। ਸਰੀਰ ਉਹ ਹੁੰਦਾ, ਲੇਕਿਨ ਕਰਦੇ ਉਹ ਆਤਮਾ ਜਿਹੜੀ ਉਹਨੂੰ ਕੰਟਰੋਲ ਕਰਦੀ ਹੈ, ਉਹ ਕਰਾਉਂਦੀ।
ਇਦਾਂ ਬੜੇ ਕੇਸਿਸ ਦਾਸ ਨੂੰ ਵੀ ਦੇਖਣ ਨੂੰ ਮਿਲੇ ਜਦੋਂ ਮਹਾਰਾਜ ਜੀ ਗੱਦੀ ਭਗਤਾਉਂਦੇ ਹੁੰਦੇ ਸੀਗੇ। ਅੱਜ ਇੱਕ ਕਿੱਸਾ ਮੈਂ ਤੁਹਾਨੂੰ ਸੁਣਾ ਰਿਹਾ ਕਿ ਜਿਹੜਾ ਲੋਨੀ ਦਰਬਾਰ ਦੇ ਵਿੱਚ ਹੋਇਆ। ਸੁਣਦੇ ਹੁੰਦੇ ਸੀਗੇ ਜਿੰਨ, ਭੂਤ, ਪ੍ਰੇਤ, ਦਿਓ ਹੁੰਦੇ ਨੇ, ਤੇ ਇਹ ਉਸ ਦਿਓ ਦੀ ਹੈਗੀ ਕਹਾਣੀ, ਸਟੋਰੀ, ਜਿਹਨੇ ਇੱਕ ਕੁੜੀ ਨੂੰ ਆਪਣੇ ਵੱਸ 'ਚ ਕੀਤਾ ਹੋਇਆ ਸੀ। ਲੋਨੀ ਡੇਰੇ ਦੀ ਗੱਲ ਹੈਗੀ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਲੋਨੀ ਡੇਰਾ ਸਾਹਿਬ ਜੀ ਸ਼ੁਰੂਆਤ ਹੋਈ ਸੀ ਤੇ ਮਹਾਰਾਜ ਜੀ ਦੀ ਉਪਮਾ ਮਹਿਮਾ ਸੁਣ ਕੇ ਬੜੇ ਲੋਕੀ ਆਇਆ ਕਰਦੇ ਸੀ, ਦੁਖੀ ਲੋਕੀ ਬਹੁਤ ਆਇਆ ਕਰਦੇ ਸੀ, ਜਿਹੜੇ ਅੱਜ ਦੇਖਣ ਨੂੰ ਨਹੀਂ ਮਿਲਦੇ। ਉਹਨਾਂ ਦਾ ਕੰਮ ਹੋ ਗਿਆ, ਠੀਕ ਹੋ ਗਏ, ਚਲੇ ਗਏ। ਸ਼ੁਰੂ ਦੀ ਗੱਲ ਹੈ ਕਿ ਵੀ ਜਦੋਂ ਆਪਣਾ ਲੋਨੀ ਡੇਰਾ ਬਣ ਰਿਹਾ ਸੀ ਤੇ ਮਹਾਰਾਜ ਜੀ ਅਪ ਐਂਡ ਡਾਊਨ ਕਰਦੇ ਹੁੰਦੇ ਸੀ, ਬਟਾਲਾ ਡੇਰਾ, ਲੋਨੀ ਡੇਰਾ, ਬਟਾਲਾ ਡੇਰਾ ਤੇ ਲੋਨੀ ਡੇਰਾ। ਉਸ ਟਾਈਮ ਇੱਕ ਬਿਕੰਬਰ ਨਾਥ ਜੀ ਸੀ, ਜਿਨ੍ਹਾਂ ਦਾ ਲੜਕਾ ਅਵਿਨਾਸ਼ ਕੁਮਾਰ ਤੇ ਉਹਨਾਂ ਦੀ ਇੱਕ ਲੜਕੀ, ਇਹ ਤਿੰਨੇ ਹੀ ਮਹਾਰਾਜ ਜੀ ਦੇ ਦਰਬਾਰ ਤੇ ਹਾਜ਼ਰ ਹੋਏ ਤੇ ਉਹਨਾਂ ਨੇ ਮਹਾਰਾਜ ਜੀ ਨੂੰ ਆਪਣਾ ਇਹ ਹਾਲ ਦੱਸਿਆ। ਕਿਉਂਕਿ ਉਹਨਾਂ ਦੀ ਜਿਹੜੀ ਲੜਕੀ ਸੀਗੀ, ਉਹਦੇ ਅੰਦਰ, ਜਿਹਨੂੰ ਜਿੰਨ ਕਹਿੰਦੇ ਆ, ਭੂਤ, ਜਿੰਨ, ਪ੍ਰੇਤ, ਤੇ ਜਿੰਨ ਸੀਗਾ, ਜਿੰਨ ਨੇ ਉਹਨੂੰ ਫੜ ਰੱਖਿਆ ਸੀਗਾ ਤੇ ਉਹਦਾ ਸਰੀਰ ਬਹੁਤ ਤਹਿਸ ਨਹਿਸ ਹੋਇਆ ਸੀ, ਜਿੱਦਾਂ ਚਾਹੁੰਦਾ ਸੀ ਉਹ ਕਰਾਂਦਾ ਸੀ, ਉਹਦੀ ਕੋਈ ਸੁੱਧ ਬੁੱਧ ਨਹੀਂ ਹੁੰਦੀ ਸੀ ਉਹਨੂੰ ਕਈ ਵਾਰੀ। ਤੇ ਹਜੂਰ ਸਾਹਿਬ ਦੇ ਜਦੋਂ ਸਾਹਮਣੇ ਪੇਸ਼ ਹੋਏ ਤੇ ਉਹਨਾਂ ਦਾ ਵਾਰੀ ਆਈ, ਮਹਾਰਾਜ ਜੀ ਨੇ ਅੱਖਾਂ ਪੱਟ ਕੇ ਦੇਖਿਆ। ਮੈਂ ਤਾਂ ਇਹ ਵੀ ਦੱਸਾਂ ਕਿ ਬੜੇ ਕੇਸਿਸ ਮਹਾਰਾਜ ਨੇ ਮਤਲਬ ਕਿ ਬਿਨਾਂ ਕੁਛ ਕਹੇ, ਬਿਨਾਂ ਕੁਛ ਦਿੱਤੇ ਹੱਲ ਕਰ ਦਿੱਤੇ। ਜਦੋਂ ਮਹਾਰਾਜ ਜੀ ਆਪਣੀ ਅੱਖ ਪੱਟ ਕੇ ਉਹਨਾਂ ਵੱਲ ਦੇਖਦੇ ਸੀ ਤੇ ਅੱਖ 'ਚ ਅੱਖ ਮਿਲਦੀ ਸੀ, ਉਹ ਉਸੇ ਵੇਲੇ ਹੀ ਤੋਬਾ ਕਰ ਦਿੰਦੇ ਸੀ ਔਰ ਉਹ ਜਿਹੜੀਆਂ ਚੀਜ਼ਾਂ ਉਸੇ ਵੇਲੇ ਹੀ ਭੱਜ ਜਾਂਦੀਆਂ ਸੀ। ਉਸ ਦਿਨ ਵੀ ਜਦੋਂ ਗੱਦੀ ਭੁਗਤ ਰਹੀ ਸੀ ਤੇ ਲੜਕੀ ਸਾਹਮਣੇ ਗਈ ਤੇ ਮਹਾਰਾਜ ਜੀ ਨੇ ਉਹਦੇ ਵੱਲ ਦੇਖਿਆ ਔਰ ਮਹਾਰਾਜ ਜੀ ਨੇ ਉਸ ਆਪਣੀ ਦ੍ਰਿਸ਼ਟੀ ਦੀ, ਉਹ ਜੋ ਜਿੰਨ ਸੀਗਾ ਉਹਦੇ ਵੱਲ ਜਦੋਂ ਆਪਣੀ ਨਜ਼ਰ ਪਾਈ ਤੇ ਜਿੰਨ ਨੇ ਤੋਬਾ ਕਰਕੇ ਜਿਹੜੀ ਲੜਕੀ ਸੀ ਉਹਨੂੰ ਛੱਡ ਦਿੱਤਾ, ਉਹ ਚੋਂ ਨਿਕਲ ਗਿਆ। ਉਹ ਕਿਉਂ ਜਲਦੀ ਨਿਕਲ ਗਿਆ? ਕਿਉਂਕਿ ਇਹ ਜਿਹੜੀਆਂ ਆਤਮਾਵਾਂ, ਇਹ ਆਪਣੀ ਮੁਕਤੀ ਚਾਹੁੰਦੀਆਂ ਤੇ ਇਹਨਾਂ ਨੂੰ ਮੁਕਤੀ ਪੂਰਨ ਪੁਰਖ ਹੀ ਦਵਾ ਸਕਦਾ, ਹੋਰ ਕੋਈ ਨਹੀਂ। ਇਸ ਲਈ ਇਹ ਉਹਨਾਂ ਦੇ ਜਿਹੜੇ ਭਗਤ ਜਾਂ ਉਹਨਾਂ ਕੋਲ ਜਾਣ ਵਾਲੇ, ਉਹਨਾਂ ਨੂੰ ਜ਼ਿਆਦਾ ਵਸ 'ਚ ਕਰਨ ਦੀ ਕੋਸ਼ਿਸ਼ ਕਰਦੇ ਆ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਇਹ ਉਹਦੇ ਕੋਲ ਜਾਣਗੇ ਤੇ ਉਹ ਸਾਡੀ ਮੁਕਤੀ ਕਰੇਗਾ, ਨਹੀਂ ਤਾਂ ਉਹਨਾਂ ਨੂੰ ਹੋਰ ਜਨਮ ਨਹੀਂ ਮਿਲ ਸਕਦਾ। ਹੁਣ ਉਦੋਂ ਉਹਨੇ ਕੁੜੀ ਦੇ ਸਰੀਰ ਨੂੰ ਤਾਂ ਛੱਡ ਦਿੱਤਾ, ਪਰ ਉਹਨੇ ਡੇਰੇ ਦੇ ਵਿੱਚ ਉਦਮ ਮਚਾਤਾ ਤਾਂ ਕਿ ਆਪਣਾ ਆਪ ਦੱਸਣ ਵਾਸਤੇ ਕਿ ਮੈਂ ਕੀ ਹਾਂ। ਤੇ ਕਹਿੰਦੇ ਆ ਕਿ ਬਹੁਤ ਚੰਗਾ ਭਲਾ ਦਿਨ ਸੀਗਾ, ਨਾਈਸ ਦਿਨ ਸੀਗਾ, ਪਰ ਥੋੜੀ ਦੇਰ 'ਚ ਹੀ ਏਦਾਂ ਹੋ ਗਿਆ ਕਿ ਅੰਧੇਰੀ ਆਣੀ ਸ਼ੁਰੂ ਹੋ ਗਈ, ਵਾਵ ਰੋਲੇ ਕਰਨੇ ਸ਼ੁਰੂ ਹੋ ਗਏ, ਵੈਦਰ ਬਹੁਤ ਖਰਾਬ ਹੋ ਗਿਆ, ਹਵਾਵਾਂ ਇੰਨੀਆਂ ਤੇਜ਼ ਚੱਲਣ ਲੱਗ ਪਈਆਂ, ਮੀਂਹ ਆਉਣ ਲੱਗ ਪਿਆ। ਤੇ ਮਹਾਰਾਜ ਜੀ ਨੇ ਉੱਪਰ ਅੱਖਾਂ ਚੱਕ ਕੇ ਦੇਖਿਆ ਤੇ ਉਸ ਤੋਂ ਬਾਅਦ ਸੰਗਤ ਨੂੰ ਕਿਹਾ ਕਿ ਤੁਸੀਂ ਇਹ ਖਾਲੀ ਕਰ ਦਿਓ, ਕਿ ਤੁਸੀਂ ਇਹ ਤੋਂ ਬਾਹਰ ਨਿਕਲ ਜਾਓ, ਹੁਣ ਇਸ ਰੂਮ 'ਚੋਂ, ਇਸ ਟੈਂਟ 'ਚੋਂ ਬਾਹਰ ਨਿਕਲ ਜਾਓ। ਤੇ ਸੰਗਤ ਬਾਹਰ ਨਹੀਂ ਨਿਕਲੀ, ਕਿ ਮਹਾਰਾਜ ਜੀ ਉੱਥੇ ਬੈਠੇ ਸੀ। ਮਹਾਰਾਜ ਜੀ ਨੇ 2-3 ਵਾਰੀ ਕਿਹਾ ਤੇ ਉਹਨਾਂ ਨੇ ਨਹੀਂ ਸੁਣਿਆ। ਫਿਰ ਹਾਰ ਕੇ ਮਹਾਰਾਜ ਜੀ ਖੁਦ ਪੰਡਾਲ 'ਚੋਂ ਬਾਹਰ ਨਿਕਲ ਗਏ। ਜਿਸ ਤਰ੍ਹਾਂ ਹੀ ਮਹਾਰਾਜ ਜੀ ਪੰਡਾਲ 'ਚੋਂ ਬਾਹਰ ਨਿਕਲੇ, ਸਾਰੀ ਸੰਗਤ ਬਾਹਰ ਨਿਕਲ ਗਈ ਔਰ ਜਿਸ ਤਰ੍ਹਾਂ ਹੀ ਸਾਰੇ ਬਾਹਰ ਨਿਕਲੇ, ਉਹ ਤੋਂ ਮਿੰਟ ਦੇ ਵਿੱਚ ਹੀ 40 ਫੁੱਟ ਲੰਬੀ ਜਿਹੜੀ ਦੀਵਾਰ ਸੀਗੀ, ਉਹ ਸਿੱਧੀ ਢਹਿ ਪਈ। ਉਹ ਏਦਾਂ ਢਹਿ ਪਈ ਕਿ ਜਦੋਂ ਦੀਵਾਰ ਡਿੱਗਦੀ ਹੈ ਤੇ ਇੱਟਾਂ ਖੇਰੂ ਹੋ ਜਾਂਦੀਆਂ, ਪਰ ਉਹ ਏਦਾਂ ਜਿਵੇਂ ਕਿਸੇ ਨੇ ਪੂਰੀ ਦੀ ਪੂਰੀ ਉਹ ਦੀਵਾਰ ਲੰਮੇ ਪਾਤੀ ਹੈ, ਨਾਲ ਸੁਲਾਤੀ ਹੈ। ਤੇ ਸੋ ਕਿਸੇ ਦਾ ਵੀ ਕੋਈ ਵੀ ਨੁਕਸਾਨ ਨਹੀਂ ਹੋਇਆ। ਪੰਡਾਲ ਜਿਹੜੇ ਹੋਰ ਸੀ, ਕਨਾਤਾਂ ਸੀਗੀਆਂ, ਸਭ ਆਪਣੇ ਟੁੱਟ ਗਏ, ਢਹਿ ਢੇਰੀ ਹੋ ਗਏ। ਮਹਾਰਾਜ ਜੀ ਨੇ ਉਸ ਵੇਲੇ ਜੋ ਮਹਾਰਾਜ ਜੀ ਆਪਣਾ ਆਰਾਮ ਕਰਦੇ ਹੁੰਦੇ ਸੀ ਗੁਪਤਾ ਜੀ ਦੇ ਘਰ, ਕਿਉਂਕਿ ਡੇਰੇ ਤੇ ਇੰਨੀ ਰਹਿਣ ਦੀ ਅਵਸਥਾ ਨਹੀਂ ਸੀਗੀ, ਲਾਈਟ ਲੂਟ ਨਹੀਂ ਹੁੰਦੀ ਸੀਗੀ, ਪਾਣੀ ਦੀ ਤੰਗੀ ਸੀ, ਇੱਕ ਹੀ ਕਮਰਾ ਹੁੰਦਾ ਸੀ ਤੇ ਉਹਨਾਂ ਦੇ ਘਰ ਰਹਿੰਦੇ ਹੁੰਦੇ ਸੀ। ਤੇ ਜਦੋਂ ਇਹ ਤੂਫਾਨ ਸਾਰਾ ਕੁਝ ਠਹਿਮ ਗਿਆ ਤੇ ਕੋਠੀ ਦੇ ਸਾਰੇ ਦਰਵਾਜ਼ੇ, ਖਿੜਕੀਆਂ ਬੰਦ ਕਰ ਲਈਆਂ
ਬੰਦ ਕਰ ਲਈਆਂ ਤਾਂ ਹਵਾ ਫਿਰ ਵੀ ਇੰਨੀ ਆ ਰਹੀ ਸੀਗੀ ਕਿ ਤੁਸੀਂ ਮਾਚਿਸ ਵੀ ਨਹੀਂ ਜਲਾ ਸਕਦੇ ਸੀ, ਤੇ ਜਿੱਦਾਂ ਜਲਾਉਂਦੇ ਸੀ ਉਹ ਬੁੱਝ ਜਾਂਦੀ ਸੀ। ਫਿਰ ਮਹਾਰਾਜ ਜੀ ਨੇ ਬਾਊ ਜੀ ਨੂੰ ਕਿਹਾ ਕਿ ਨਸੀਬ ਬਾਬਾ ਜੀ ਨੂੰ ਬੁਲਾਓ। ਬਾਬਾ ਨਸੀਬ ਜੀ ਨੂੰ ਬੁਲਾਇਆ ਗਿਆ ਤੇ ਮਹਾਰਾਜ ਜੀ ਨੇ ਕਿਹਾ ਬਾਬਾ ਨਸੀਬ ਜੀ ਨੂੰ ਕਿ ਐਸਾ ਨਾ ਹੋਏ ਕਿ ਵੀ ਇਹ ਜੋ ਆਪਣਾ ਕੀ ਕਹਿੰਦੇ ਦਿਓ ਜਿਹੜਾ ਹੈਗਾ ਕਿ ਇਹ ਹੋਰ ਨੁਕਸਾਨ ਕਰੇ, ਇਹ ਤੋਂ ਪਹਿਲਾਂ ਕਿ ਅਸੀਂ ਇਹਦਾ ਉਪਾਅ ਕਰ ਦਈਏ। ਮਹਾਰਾਜ ਜੀ ਨੇ ਕਿਹਾ ਕਿ ਇਹਦਾ ਪੁਤਲਾ ਬਣਾਓ। ਉਹਨਾਂ ਨੇ ਇਹਦਾ ਪੁਤਲਾ ਬਣਾਇਆ, ਫਿਰ ਕਹਿੰਦੇ ਇਹਦੇ ਪੁਤਲੇ ਨੂੰ ਤੁਸੀਂ ਕੋਠੀ ਤੋਂ ਬਾਹਰ ਜਾ ਕੇ ਇਹਨੂੰ ਸਾੜ ਦਿਓ। ਸੋ ਪੁਤਲਾ ਬਣਾ ਕੇ ਉਹਨਾਂ ਨੇ ਕੋਠੀ ਤੋਂ ਬਾਹਰ ਜਾ ਕੇ, ਕਿਉਂਕਿ ਹਵਾ ਬਹੁਤ ਵਗਦੀ ਪਈ ਸੀਗੀ ਤੇ ਉਹਦੀ ਮਾਚਿਸ ਚੱਲਦੀ ਨਹੀਂ ਸੀ। ਫਿਰ ਮਹਾਰਾਜ ਜੀ ਨੇ ਕਿਹਾ ਕੰਬਲ ਲਓ। ਫਿਰ ਉਹਨਾਂ ਨੇ ਕੰਬਲ ਆਪਣੇ ਉੱਪਰ ਲਿਆ, ਉਹਦੇ ਅੰਦਰ ਕੰਬਲ ਦੇ ਅੰਦਰ ਮਾਚਿਸ ਬਾਲੀ ਤੇ ਮਾਚਿਸ ਦੇ ਨਾਲ ਫਿਰ ਉਹਦਾ ਪੁਤਲਾ ਜਿਹੜਾ ਸਾੜਿਆ। ਜਿਸ ਤਰ੍ਹਾਂ ਹੀ ਪੁਤਲੇ ਨੂੰ ਅੱਗ ਲਾਈ ਤੇ ਥੋੜੀ ਦੇਰ ਬਾਅਦ ਹੀ ਸਭ ਕੁਝ ਸ਼ਾਂਤ ਹੋ ਗਿਆ, ਜਿਵੇਂ ਇਦਾਂ ਉੱਥੇ ਕੁਝ ਹੋਇਆ ਹੀ ਨਹੀਂ। ਸਾਰੇ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋਏ, ਪਰ ਜਿਹੜੇ ਨਾਲ ਰਹਿਣ ਵਾਲੇ ਉਹਨਾਂ ਨੂੰ ਪਤਾ ਸੀ ਕਿ ਹਜੂਰ ਕੀ ਕਰ ਰਹੇ ਨੇ। ਕਿਉਂ ਕਿ ਜਦੋਂ ਇਹ ਜਿਹੜੀਆਂ ਤਾਕਤਾਂ, ਇਹ ਪਾਵਰਾਂ, ਇਹਨਾਂ ਕੋਲ ਵੀ ਇੱਕ ਭਗਤੀ ਹੁੰਦੀ ਹੈ, ਇੱਕ ਤਪੱਸਿਆ ਹੁੰਦੀ ਹੈ। ਇਹ ਤਪੱਸਿਆ ਡਿਫਰੈਂਟ ਟਾਈਪ ਦੀ ਹੁੰਦੀ ਹੈ, ਜਿਹਨੂੰ ਤੁਸੀਂ ਕਹਿ ਲਓ ਚਿਲੇ ਕੀਤੇ ਹੋਏ। ਇਹਨਾਂ ਨੇ ਚਿਲੇ ਕੀਤੇ ਹੁੰਦੇ ਆ ਤੇ ਉਹਨਾਂ ਨੂੰ ਵੀ ਉਹਨਾਂ ਦਾ ਮਾਨ ਸਨਮਾਨ ਦੇਣਾ ਚਾਹੀਦਾ। ਜਿਸ ਤਰ੍ਹਾਂ ਕਹਿੰਦੇ ਨਹੀਂ ਕਿ PM ਦੇ ਆਫਿਸ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਦਾ ਇੱਕ ਅਹੁਦਾ ਤੇ ਹਰ ਇੱਕ ਦਾ ਇੱਕ ਸਤਿਕਾਰ ਹੈ, ਔਰ ਹਰ ਇੱਕ ਦੇ ਕੋਲੋਂ ਤੁਹਾਨੂੰ ਕੋਈ ਨਾ ਕੋਈ ਕੰਮ ਪੈਂਦਾ, ਔਰ ਹਰ ਇੱਕ ਦੇ ਕੰਮ ਦੇ ਨਾਲ ਹੀ ਐਂਡ ਤੇ ਜਾ ਕੇ PM ਦਾ ਕੰਮ ਚੱਲਦਾ। ਕੱਲਾ PM ਨਹੀਂ ਸਭ ਕੁਝ ਕਰਦਾ। ਸੋ ਇਹਨਾਂ ਨੂੰ ਵੀ ਫਿਰ ਉਹਨਾਂ ਦਾ ਸਥਾਨ ਦੇਣਾ ਪੈਂਦਾ। ਲੋਨੀ ਦਰਬਾਰ ਦੇ ਵਿੱਚ, ਇੱਥੇ ਬਟਾਲਾ ਦਰਬਾਰ 'ਚ, ਆਪਣੇ ਚਰਚਿਲ ਰੋਡ ਤੇ ਜਿੰਨਾ ਵੀ ਰੂਹਾਂ ਨੂੰ ਮਹਾਰਾਜ ਜੀ ਨੇ ਦੁਖੀਆਂ ਦੇ ਸਰੀਰਾਂ ਚੋਂ ਰਿਲੀਜ਼ ਕੀਤਾ ਤੇ ਉਹਨਾਂ ਨੂੰ ਫਿਰ ਸਥਾਨ ਦਿੰਦੇ ਆ। ਤੇ ਮਹਾਰਾਜ ਜੀ ਨੇ ਇਹਨਾਂ ਡੇਰਿਆਂ ਤੇ ਉਹਨਾਂ ਨੂੰ ਸਥਾਨ ਦਿੱਤਾ ਹੋਇਆ। ਬਹੁਤ ਲੋਕੀ ਹੈ ਜਿਨ੍ਹਾਂ ਨੂੰ ਇਹ ਨਜ਼ਰ ਵੀ ਆਉਂਦੇ ਆ, ਪਰ ਉਹ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੇ, ਕਿਸੇ ਨੂੰ ਕੁਝ ਨਹੀਂ ਕਹਿੰਦੇ। ਕਿਉਂ? ਇਹ ਮਹਾਰਾਜ ਜੀ ਦਾ ਹੁਕਮ ਮੰਨਦੇ ਆ। ਕੁਝ ਕੀਤੇ ਬਿਨਾ, ਨਾ ਜਲ ਦਿੱਤਾ, ਨਾ ਪ੍ਰਸ਼ਾਦ ਦਿੱਤਾ, ਸਿਰਫ ਅੱਖਾਂ ਦੇ ਨਾਲ ਹੀ ਉਹ ਤੱਕਿਆ ਰੂਹ ਨੂੰ ਤੇ ਕੁੜੀ ਦੇ ਵਿੱਚੋਂ ਦਿਓ ਨੂੰ ਭਜਾਤਾ। ਫਿਰ ਉਸ ਕੁੜੀ ਦਾ ਸਰੀਰ ਜੋ ਹਲਕਾ ਹੋ ਗਿਆ, ਕਿਉਂਕਿ ਬੜੀ ਦੇਰ ਤੋਂ ਉਹਦੇ ਵਿੱਚ ਸੀਗੀ, ਉਹਦੇ ਕੋਲੋਂ ਬਹੁਤ ਉਹ ਕੰਮ ਕਰਾਉਂਦੀ ਹੁੰਦੀ ਸੀ, ਜਿਹਦੇ ਨਾਲ ਉਹਦਾ ਸਰੀਰ ਬਹੁਤ ਟੁੱਟ ਚੁੱਕਾ ਸੀਗਾ। ਤੇ ਥੋੜੇ ਹੀ ਦੇਰ ਬਾਅਦ ਉਹ ਕੁੜੀ ਜਿਹੜੀ ਹੈ ਰਿਕਵਰ ਹੋ ਗਈ। ਸੋ ਇਹ ਦੇਖੋ ਕਿ ਸਾਡਾ ਗੁਰੂ ਕਿੱਡਾ ਵੱਡਾ। ਕਹਿੰਦੇ ਨੇ ਜਿਨ੍ਹਾਂ ਦਾ ਵੀ ਜਿੰਨ, ਕਹਿੰਦੇ ਨਾ ਪੀਰਾਂ ਦਾ ਵੀ ਪੀਰ ਹੈ, ਤੇ ਕੁਝ ਵੀ ਕਰ ਸਕਦਾ, ਕੁਝ ਵੀ ਕਰ ਸਕਦਾ। ਇਹ ਹੈਗਾ ਕਿ ਸਾਡੀ ਸ਼ਰਧਾ ਹੋਣੀ ਚਾਹੀਦੀ, ਸਾਡਾ ਤਗਾਦ ਪੱਕਾ ਹੋਣਾ ਚਾਹੀਦਾ। ਕਈ ਲੋਕੀ ਇਸ ਕਰਕੇ ਆਏ ਕਿ ਉਹਨਾਂ ਨੂੰ ਕੋਈ ਸਰੀਰਕ ਰੋਗ, ਜਿਸ ਤਰ੍ਹਾਂ ਇਹ ਕੁੜੀ ਨੂੰ ਸੀਗੀ, ਠੀਕ ਹੋ ਗਿਆ। ਕਈ ਇਸ ਕਰਕੇ ਜਾਂਦੇ ਆ ਕਿ ਉਹਨਾਂ ਦੀ ਕੋਈ ਇੱਛਾ ਹੁੰਦੀ ਹੈ ਕਿ ਸਾਡਾ ਕੋਈ ਬਿਜ਼ਨਸ ਜਿਹੜਾ ਖੋਲਣਾ, ਉਹਦੇ ਬਾਰੇ ਪੁੱਛ ਕੇ ਆਈਏ ਕਿ ਉਹ ਬਿਜ਼ਨਸ ਠੀਕ ਹੋ ਜਾਏ, ਬਿਜ਼ਨਸ ਚੱਲ ਜਾਏ। ਕਈ ਇਸ ਕਰਕੇ ਆਉਂਦੇ ਸੀਗੇ ਕਿ ਵੀ ਉਹਨਾਂ ਦਾ ਬਾਹਰ ਜਾਣ ਦਾ ਹੁੰਦਾ ਸੀਗਾ, ਕਿਉਂਕਿ ਇੰਡੀਆ 'ਚ ਸਾਰਿਆਂ ਨੂੰ ਹੁੰਦਾ ਸੀ ਕਿ ਮੇਰਾ ਬਾਹਰ ਜਾਣ ਦਾ ਕਿਤੇ ਪ੍ਰੋਗਰਾਮ ਬਣ ਜਾਵੇ, ਕਿਤੇ ਅਰੇਂਜਮੈਂਟ ਹੋ ਜਾਏ ਤੇ ਮੈਂ ਬਾਹਰ ਜਾਵਾਂ ਤੇ ਪੈਸੇ ਕਮਾ ਕੇ ਆਪਣੇ ਪਰਿਵਾਰ ਨੂੰ ਥੋੜਾ ਅਪਲਿਫਟ ਕਰਾਂ। ਇਦਾਂ ਦੇ ਕਿੰਨੇ ਕੇਸ ਆਉਂਦੇ ਹੁੰਦੇ ਸੀਗੇ ਕਿ ਮਹਾਰਾਜ ਨੂੰ ਪੁੱਛੀਏ। ਇਸ ਤਰ੍ਹਾਂ ਹੀ ਤਰਸੇਮ ਲਾਲ ਜੀ ਆਪਣਾ ਜਲੰਧਰ ਸ਼ਹਿਰ ਤੋਂ, ਤੇ ਉਹਨਾਂ ਨੇ ਵੀ ਏਜੰਟ ਨੂੰ ਆਪਣਾ ਪਾਸਪੋਰਟ ਦਿੱਤਾ ਹੋਇਆ ਸੀ ਬਾਹਰ ਜਾਣ ਵਾਸਤੇ, ਤੇ ਕਾਫੀ ਦੇਰ ਇੰਤਜ਼ਾਰਾਂ ਵੀ ਕਰਨੀਆਂ ਪੈਂਦੀਆਂ ਸੀਗੀਆਂ। ਤੇ ਕਈ ਲੱਕੀ ਸੀਗੇ ਜਿਨ੍ਹਾਂ ਦਾ ਸਮਝ ਲਓ ਕਿ ਲੋਟਰੀ ਨਿਕਲ ਆਉਂਦੀ ਸੀਗੀ। ਸੋ ਤਰਸੇਮ ਲਾਲ ਜੀ ਦੀ ਲੋਟਰੀ ਨਿਕਲ ਗਈ ਤੇ ਉਹਨਾਂ ਨੂੰ
ਮਿਲ ਗਿਆ, ਆਪਣਾ ਟਿਕਟ ਮਿਲ ਗਈ, ਵੀਜ਼ਾ ਮਿਲ ਗਿਆ। ਹੁਣ ਉਹ ਚਾਹੁੰਦੇ ਸੀ ਕਿ ਹਜ਼ੂਰ ਮਹਾਰਾਜ ਜੀ ਕੋਲੋਂ ਆਪਣਾ ਆਸ਼ੀਰਵਾਦ ਲੈਣ ਕਿ ਜੀ ਮੈਂ ਬਾਹਰ ਜਾ ਰਿਹਾ, ਤੁਸੀਂ ਕਿਰਪਾ ਕਰੋ। ਦਾਸ ਡੈਡੀ ਦੱਸਦੇ ਨੇ, ਦਾਸ ਨੇ ਕਿਹਾ ਕਿ ਅਗਰ ਥੋੜੀ ਦੇਰ ਪਹਿਲੇ ਉਹਨਾਂ ਕੀ ਕੀਤਾ ਕਿ ਉਹ ਕਪੂਰਥਲਾ ਆਏ, ਕਿਉਂਕਿ ਮਹਾਰਾਜ ਜੀ ਕਪੂਰਥਲਾ ਸੀ, ਕਿ ਚਲੋ ਮਹਾਰਾਜ ਜੀ ਕੋ ਆਸ਼ੀਰਵਾਦ ਲੈਂਦੇ। ਜਦੋਂ ਉਹ ਕਪੂਰਥਲਾ ਆਏ ਤੇ ਮਹਾਰਾਜ ਜੀ ਉੱਥੋਂ ਨਿਕਲ ਚੁੱਕੇ ਸੀ। ਸੋ ਕਪੂਰਥਲਾ ਮੇਲ ਨਹੀਂ ਹੋ ਸਕੇ, ਜਦ ਕਿ ਉਹ ਜਲੰਧਰ ਰਹਿੰਦੇ ਸੀ, ਜਲੰਧਰ ਤੋਂ ਕਪੂਰਥਲਾ ਆਏ ਸੀ। ਜਦੋਂ ਕਪੂਰਥਲਾ ਆਏ ਤਾਂ ਮਹਾਰਾਜ ਜੀ ਨਿਕਲ ਚੁੱਕੇ ਸੀ। ਉਹ ਕਹਿੰਦੇ ਮਹਾਰਾਜ ਜਲੰਧਰ ਚਲੇ ਗਏ। ਜਦੋਂ ਮਹਾਰਾਜ ਜੀ ਜਲੰਧਰ ਚਲੇ ਗਏ ਤੇ ਤਰਸੇਮਲਾ ਤੇ ਉਹਨਾਂ ਦੇ ਨਾਲ ਪ੍ਰੇਮ ਕੁਮਾਰ ਜੀ, ਦਾਸ ਪ੍ਰੇਮ ਕੁਮਾਰ ਜੀ ਕਪੂਰਥਲੇ ਤੋਂ, ਉਹ ਉਹਨਾਂ ਦੇ ਨਾਲ ਜਲੰਧਰ ਚਲੇ ਗਏ। ਉਹ ਚਲੇ ਗਏ ਜੀ ਜਿੱਥੇ ਦਾਸ ਕੁੰਦਨ ਲਾਲ ਜੀ ਅਕਸਰ ਮਹਾਰਾਜ ਜੀ ਉੱਥੇ ਜਾਇਆ ਕਰਦੇ ਸੀ। ਉੱਥੇ ਗੱਦੀ ਲੱਗੀ ਸੀਗੀ ਜਲੰਧਰ 'ਚ, ਜਿੱਥੇ ਸੰਗਤ ਭੁਗਤਾਈ ਜਾਂਦੀ ਹੁੰਦੀ ਸੀ ਦਾਸ ਕੁੰਦਨ ਲਾਲ ਜੀ ਦੇ ਘਰ। ਠੇਕੇਦਾਰ ਜੀ ਦੇ ਨਾਂ ਤੋਂ ਉਹਨਾਂ ਨੂੰ ਲੋਕੀ ਜਾਣਦੇ ਨੇ। ਪਤਾ ਲੱਗਾ ਉਹਨਾਂ ਘਰ ਚਲੇ ਗਏ, ਇਹ ਉੱਥੇ ਚਲੇ ਗਏ ਪਿੱਛੇ। ਜਦੋਂ ਉੱਥੇ ਪਹੁੰਚੇ ਤੇ ਉਹ ਕਹਿੰਦੇ ਉਹ ਥੋੜੀ ਦੇਰ ਹੋਈ ਹੈ, ਮਹਾਰਾਜ ਜੀ ਇੱਥੋਂ ਬਟਾਲਾ ਚਲੇ ਗਏ, ਕਿ ਤੁਸੀਂ ਥੋੜੀ ਦੇਰ ਮਿਸ ਕਰ ਲਿਆ। ਹੁਣ ਤਲਬ ਸੀ ਇੱਕ ਆਸ਼ੀਰਵਾਦ ਜ਼ਰੂਰ ਲੈਣਾ। ਉੱਥੋਂ ਜਲੰਧਰ ਤੋਂ ਨਿਕਲੇ ਤੇ ਹਜੂਰ ਦੇ ਪਿੱਛੇ ਬਟਾਲਾ ਚਲੇ ਗਏ ਬੱਸ ਫੜ ਕੇ। ਸੋ ਇਹ ਦੇਖੋ ਕਿੰਨਾ ਸਫ਼ਰ ਹੈ, ਪਹਿਲਾਂ ਜਲੰਧਰ, ਜਲੰਧਰ ਤੋਂ ਕਪੂਰਥਲਾ, ਕਪੂਰਥਲਾ ਤੋਂ ਫਿਰ ਜਲੰਧਰ, ਹੁਣ ਜਲੰਧਰ ਤੋਂ ਬਟਾਲਾ। ਜਦੋਂ ਆਪਣਾ ਬਟਾਲਾ ਪਹੁੰਚ ਗਏ ਤੇ ਮਹਾਰਾਜ ਜੀ ਸਤਸੰਗ ਕਰਦੇ ਪਏ ਸੀਗੇ ਆਪਣੇ ਬਟਾਲਾ ਦਰਬਾਰ ਦੇ ਵਿੱਚ, ਡੇਰੇ ਦੇ ਉੱਤੇ। ਤੇ ਮਹਾਰਾਜ ਜੀ ਨੇ ਪ੍ਰੇਮ ਜੀ ਨੂੰ ਕਿਹਾ, ਓਏ ਕੀ ਭੱਜ ਦੌੜ ਮਚ ਗਈ ਹੈ ਕਿ ਸਾਡੇ ਪਿੱਛੇ ਇੱਥੇ ਵੀ ਆ ਗਏ। ਜਿਸ ਤਰ੍ਹਾਂ ਮਹਾਰਾਜ ਪੰਜਾਬੀ ਚ ਬੋਲਦੇ ਹੁੰਦੇ ਸੀਗੇ ਵੀ ਕੀ ਭੱਜ ਦੌੜ ਪੈ ਗਈ ਤੈਨੂੰ, ਹੁਣ ਇੱਥੇ ਵੀ ਸਾਡੇ ਪਿੱਛੇ ਆ ਗਏ। ਤੇ ਪ੍ਰੇਮ ਜੀ ਨੇ ਕਿਹਾ ਕਿ ਵੀ ਇਹ ਟਿਕਟ ਮਿਲੀ ਹੈ ਤੇ ਨਾਲ ਨੌਕਰੀ ਵਾਸਤੇ ਵੀਜ਼ਾ ਮਿਲ ਗਿਆ, ਤੇ ਸਾਡੇ ਮਾਮਾ ਜੀ ਜੋ ਨੇ ਇਹ ਤਰਸੇਮ ਲਾਲ ਜੀ, ਇਹ ਬਾਹਰ ਵਿਦੇਸ਼ ਕੰਮ ਵਾਸਤੇ ਜਾ ਰਹੇ ਨੇ ਤੇ ਤੁਹਾਡਾ ਆਸ਼ੀਰਵਾਦ ਲੈਣਾ, ਤੇ ਤੁਹਾਡੀ ਇਜਾਜ਼ਤ ਲੈਣੀ ਹੈ, ਤੇ ਤੁਸੀਂ ਕਿਰਪਾ ਕਰੋ ਕਿ ਇਹ ਰਾਜੀ ਖੁਸ਼ੀ ਜਾਣ ਤੇ ਆਪਣਾ ਉੱਥੇ ਜੋ ਇਹਨਾਂ ਦੀ ਇੱਛਾ ਹੈ ਕੰਮਕਾਰ ਕਰਨ। ਹੁਣ ਹਜ਼ੂਰ ਸਾਹਿਬ ਜਾਣੀ ਜਾਣਾ, ਉਹਨਾਂ ਨੂੰ ਸਭ ਕੁਝ ਪਤਾ, ਉਹਨੂੰ ਤਾਂ ਨਹੀਂ ਪਤਾ ਜਿੱਥੇ ਜਾਣਾ, ਉਹਦੇ ਅੰਦਰ ਤਾਂ ਬੜੀ ਤਲਬ ਲੱਗੀ ਸੀ। ਤੇ ਜਦੋਂ ਇਹ ਜਾਣਕਾਰੀ ਦਿੱਤੀ ਤੇ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਨਹੀਂ ਜਾਣਾ। ਕਹਿੰਦੇ ਨਹੀਂ ਜਾਣਾ। ਬੜੇ ਹੈਰਾਨ ਹੋਏ, ਕਹਿੰਦੇ ਵੀਜ਼ਾ ਮਿਲ ਗਿਆ, ਟਿਕਟ ਮਿਲ ਗਈ ਤੇ ਮੈਂ ਨਹੀਂ ਜਾਣਾ। ਕਹਿੰਦੇ ਤੂੰ ਨਹੀਂ ਜਾਣਾ ਉੱਥੇ, ਅਜੇ ਉੱਥੇ ਨਹੀਂ ਜਾਣਾ, ਕੈਂਸਲ ਕਰ ਦੇ। ਹੁਣ ਡਬਲ ਮਾਈਂਡਡ, ਇਧਰ ਵੀਜ਼ਾ ਵੀ ਮਿਲਿਆ, ਟਿਕਟ ਵੀ ਮਿਲੀ ਹੈ। ਉਧਰੋਂ ਹਜ਼ੂਰ ਨੇ ਕਿਹਾ ਇਹ ਵੀ ਹੋ ਗਿਆ, ਜੇ ਮੈਂ ਚਲੇ ਗਿਆ ਕਿਤੇ ਗੜਬੜ ਹੋ ਗਈ, ਉਹਨਾਂ ਕਹਿਣਾ ਮੈਂ ਤੈਨੂੰ ਕਿਹਾ ਸੀਗਾ, ਫਿਰ ਤੂੰ ਕਿਉਂ ਗਿਆ, ਕੀ ਹੋਇਆ ਕਿ ਨਹੀਂ ਗਿਆ। ਚੌਥੇ ਰੋਜ਼ ਵੀ 4-5 ਦਿਨਾਂ ਦੇ ਬਾਅਦ ਨਿਊਜ਼ ਆਈ ਕਿ ਜਿਹੜਾ ਜਹਾਜ਼ ਆਪਣਾ ਜਾ ਰਿਹਾ ਸੀ, ਜਿਸ ਤੇ ਉਹਨਾਂ ਨੇ ਜਾਣਾ ਸੀ, ਮਿਡਲ ਈਸਟ ਕਿਤੇ ਜਾਣਾ ਸੀ ਉਹਨਾਂ ਨੇ, ਕਿ 에ਅਰ ਇੰਡੀਆ ਦਾ ਜਹਾਜ਼, ਇਹ ਰੈਕੋਰਡ 'ਚ ਵੀ ਹੈਗਾ ਤੇ ਇਸ ਵੇਲੇ ਮੇਰੇ ਕੋਲ ਇੱਥੇ ਨਹੀਂ ਹੈਗਾ, ਮੈਂ ਤੁਹਾਨੂੰ ਦੱਸ ਵੀ ਸਕਦਾ ਉਹ ਕਿਹੜਾ ਟਾਈਮ ਸੀਗਾ ਜਦੋਂ ਇਹ ਨਿਊਜ਼ ਹੋਈ। 에ਅਰ ਇੰਡੀਆ ਦਾ ਪਲੇਨ ਸੀਗਾ ਤੇ ਉਹ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਜਹਾਜ਼ ਹੈ ਉਹ ਪਾਣੀ 'ਚ ਡਿੱਗ, ਉਹ ਕ੍ਰੈਸ਼ ਹੋ ਗਿਆ ਤੇ ਉਹਦੇ 'ਚ ਜਿੰਨੇ ਵੀ ਆਪਣਾ ਸਫ਼ਰ ਕਰਨ ਵਾਲੇ ਸੀ ਪੈਸੇਂਜਰ ਸਭ ਮਰ ਗਏ, ਉਹ 'ਚ ਕੋਈ ਵੀ ਜਿੰਦਾ ਨਹੀਂ ਬਚਿਆ। ਸੋ ਇਹ ਦਾਤੇ ਦੀਆਂ ਗੱਲਾਂ ਕਿ ਅਸੀਂ ਨਹੀਂ ਜਾਣਦੇ ਗਾਂ ਕੀ ਹੋਣ ਵਾਲਾ, ਉਹ ਜਾਣਦੇ ਨੇ। ਤੇ ਜੇ ਉਹ ਜਾਣਦੇ ਨੇ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਜੋ ਇਹ ਕਹਿੰਦੇ ਆ ਤੇ ਉਹਨਾਂ ਤੇ ਫਿਰ ਸਾਨੂੰ ਅਮਲ ਕਰਨਾ ਚਾਹੀਦਾ। ਕਹਿੰਦੇ ਨੇ ਕਿ ਦਰਸ਼ਨ ਦੇ ਖੇਲ ਨਿਰਾਲੇ ਨੇ ਕੋਈ ਵਿਰਲਾ ਹੀ ਜਾਣੇ। ਉਹ ਜਦੋਂ ਚਾਹੁੰਦੇ ਸੀ, ਜਦੋਂ
ਮੌਜ ਆਉਂਦੀ ਸੀ, ਕੁਛ ਵੀ ਕਰ ਦਿੰਦੇ ਸੀ, ਕੁਛ ਵੀ, ਸਿਰਫ ਸਾਡੇ ਲੋਕਾਂ ਦਾ ਭਰਮ ਮਿਟਾਉਣ ਵਾਸਤੇ, ਕਿਉਂਕਿ ਅਸੀਂ ਪੈਰ-ਪੈਰ ਤੇ ਡੋਲ ਜਾਂਦੇ ਹਾਂ ਤੇ ਪਤਾ ਨਹੀਂ ਕੀ ਹੋਏਗਾ, ਕੀ ਨਹੀਂ, ਹੁਣ ਕੀ ਬਣੇਗਾ। ਸੋ ਮਹਾਰਾਜ ਜੀ ਜਾਣ ਜਾਂਦੇ ਸੀ ਇਹ ਸਾਰੀਆਂ ਚੀਜ਼ਾਂ। ਜਦੋਂ ਕਿਸੇ ਦੇ ਘਰ ਵੀ ਜਾਂਦੇ ਸੀ ਜਾਂ ਕਿਤੇ ਵੀ, ਤੇ ਸੰਗਤਾਂ ਕੋਈ ਐਕਸਪੈਕਟ ਕਰਦਾ ਸੀ 5 ਤੇ ਉੱਥੇ 50 ਹੋ ਜਾਂਦੀਆਂ ਸੀ। ਤੇ ਡੇਰੇ ਵੀ ਜੇ ਚਾਹ ਬਣਾਈ, 5 ਜਣੇ ਆਏ, ਕਹੇ ਚਾਹ ਬਣਾਓ ਵੀ, ਚਾਹ ਬਣਾਓ, ਚਾਹ ਬਣਾਈ, ਕੇਟਲੀ ਚ ਪਾਈ। ਇਹ ਅਕਸਰ ਬਟਾਲਾ ਡੇਰਾ ਤੇ ਲੋਨੀ ਦਰਬਾਰ ਹੁੰਦਾ ਰਿਹਾ। ਚਾਹ ਬਣਾਈ 5 ਵਾਸਤੇ, ਜਦੋਂ ਲਿਆਉਣ ਲੱਗੇ, ਲਿਆਈ ਤੇ ਉੱਥੋਂ 10 ਜਣੇ ਹੋਰ ਨਵੇਂ ਸੇਵਕ ਕੋਈ ਜੀ ਆ ਗਏ। ਤੇ ਹੁਣ ਬਣਾਉਣ ਵਾਲਾ ਇਹ ਸੋਚਦਾ ਸੀ ਚਾਹ ਤਾਂ ਬਣਾਈ 5 ਵਾਸਤੇ ਤੇ ਹੋਰ ਆ ਗਏ। ਤੇ ਮਹਾਰਾਜ ਜੀ ਭਾਵਨਾ ਦੇਖ ਲੈਂਦੇ ਸੀ, ਸੁਣ ਲੈਂਦੇ ਸੀ, ਜਾਣ ਲੈਂਦੇ ਸੀ। ਤੇ ਉਹਨਾਂ ਕਹਿਣਾ ਕੋਈ ਨਹੀਂ ਕਾਕਾ, ਵਰਤਾ। ਉਹ ਗਲਾਸ ਫੜਾਈ ਜਾਣੇ, ਸਾਰਿਆਂ ਨੂੰ ਚਾਹ ਪਾਈ ਜਾਣੀ, ਗਲਾਸ ਫੜਾਈ ਜਾਣੇ, ਚਾਹ ਪਾਈ ਜਾਣੀ, ਚਾਹ ਪਾਈ ਜਾਣੀ, ਚਾਹ ਪਾਈ ਜਾਣੀ, ਸਭ ਨੂੰ ਚਾਹ ਵਰਤਾ ਦੇਣੀ, ਚਾਹ ਨਹੀਂ ਮੁੱਕਣੀ। ਪਰ ਜਦੋਂ ਵਰਤਾਨ ਵਾਲੇ ਨੇ ਜਾ ਕੇ ਢੱਕਣ ਖੋਲ ਕੇ ਚੁੱਕ ਕੇ ਦੇਖਣਾ ਕਿ ਹੁਣ ਮੈਂ ਦੇਖਾਂ ਤੇ ਆਪਣੇ ਗਲਾਸ 'ਚ ਪਾ ਲਾਂ, ਤੇ ਕੇਟਲੀ ਖਾਲੀ ਹੁੰਦੀ ਸੀ। ਇਸ ਤਰ੍ਹਾਂ ਹੀ ਇੱਕ ਵਾਰੀ ਦੀ ਗੱਲ ਹੈ ਕਿ ਮਹਾਰਾਜ ਜੀ ਗਾਜ਼ੀਆਬਾਦ 'ਚ ਸਤਸੰਗ ਕਰ ਰਹੇ ਸੀਗੇ, ਜਦੋਂ ਸ਼ੁਰੂ ਚ ਲੋਨੀ ਦਰਬਾਰ ਬਣਿਆ। ਗਾਜ਼ੀਆਬਾਦ ਸਤਸੰਗ ਕਰ ਰਹੇ ਸੀਗੇ ਤੇ ਜੋ ਸਤਸੰਗ ਖਤਮ ਹੋਇਆ ਤੇ ਜਿੰਨੀ ਸੰਗਤ ਦੀ ਉਮੀਦ ਸੀਗੀ, ਸੰਗਤ ਉਹਦੇ ਨਾਲੋਂ ਵੀ ਡਬਲ ਉੱਥੇ ਆਈ ਸੀਗੀ। ਤੇ ਜਿਹੜੀ ਪ੍ਰਸ਼ਾਦ ਲੈ ਕੇ ਆਏ ਸੀਗੇ, ਉਹ ਛੋਟੀ ਜਿਹੀ ਇੱਕ ਟੋਕਰੀ 'ਚ ਪ੍ਰਸ਼ਾਦ ਲੈ ਕੇ ਆਏ ਸੀ। ਪਹਿਲੋਂ ਫੁੱਲੀਆਂ ਜਾਂ ਪਤਾਸਿਆਂ ਦਾ ਪ੍ਰਸ਼ਾਦ ਦਿੰਦੇ ਹੁੰਦੇ ਸੀ। ਪਤਾਸਿਆਂ ਦਾ ਵੀ ਪ੍ਰਸ਼ਾਦ ਮਿਲਦਾ, ਜਿੱਦਾਂ ਦੀ ਉਸ ਕਮੇਟੀ ਅਰੇਂਜਮੈਂਟ ਨੇ ਮੰਗਾਇਆ ਹੁੰਦਾ ਸੀ, ਉਹ ਉਦਾਂ ਦੇ ਪ੍ਰਸ਼ਾਦ ਬਣਦੇ ਸੀ। ਜਦੋਂ ਮਹਾਰਾਜ ਜੀ ਨੇ ਸਤਸੰਗ ਖਤਮ ਕੀਤਾ ਤੇ ਬਾਬਾ ਜੀ ਘਸੀਟਾ ਰਾਮ ਜੀ ਨੂੰ ਕਿਹਾ ਕਿ ਪ੍ਰਸ਼ਾਦ ਦੇ ਦਿਓ, ਤੇ ਕਮੇਟੀ ਵਾਲਿਆਂ ਨੇ ਥੋੜਾ ਹੈਰਾਨੀ ਜਤਾਈ ਕਿ ਪ੍ਰਸ਼ਾਦ ਹੈ ਨਹੀਂ, ਇਹ ਦੇਣਗੇ ਤੇ ਪੂਰਾ ਨਹੀਂ ਆਣਾ, ਪਤਾ ਨਹੀਂ। ਉਹਨਾਂ ਕਿਹਾ ਮਹਾਰਾਜ ਜੀ ਤੁਸੀਂ ਪ੍ਰਸ਼ਾਦ ਦਿਓ ਪਲੀਜ਼। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਨੇ ਮੰਨ ਲਈ, ਕਿਉਂਕਿ ਮਹਾਰਾਜ ਜੀ ਉਹਨਾਂ ਦੀ ਭਾਵਨਾ ਜਾਣ ਗਏ ਸੀ ਕਿ ਕਿਉਂ ਕਹਿ ਰਹੇ ਆ ਤੇ ਪ੍ਰੋਬਲਮ ਕੀ ਹੈ। ਮਹਾਰਾਜ ਜੀ ਨੇ ਉਹ ਛੋਟੀ ਜਿਹੀ ਜਿਹੜੀ ਟੋਕਰੀ ਸੀ ਪ੍ਰਸ਼ਾਦ ਵਾਲੀ, ਉਹਨੂੰ ਮੁੱਧਿਆ ਮਾਰ ਦਿੱਤਾ, ਉਹਦੇ ਉੱਤੇ ਕੱਪੜਾ ਪਾਤਾ ਤੇ ਥੱਲਿਓਂ ਹੱਥ ਪਾ ਕੇ ਏਦਾਂ ਕੱਢ ਕੇ ਪ੍ਰਸ਼ਾਦ ਦੇਈ ਜਾਂਦੇ ਸੀ, ਜਿਹੜਾ ਵੀ ਆਂਦਾ ਸੀ। ਸਾਰੀ ਸੰਗਤ ਨੂੰ ਪ੍ਰਸ਼ਾਦ ਦਿੱਤਾ। ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕਿਹਾ ਕੋਈ ਰਹਿ ਗਿਆ ਤੇ ਪ੍ਰਸ਼ਾਦ ਲੈ ਲਓ। ਸਾਰੀ ਕਮੇਟੀ ਨੂੰ ਪ੍ਰਸ਼ਾਦ ਦੇ ਦਿੱਤਾ। ਮਹਾਰਾਜ ਜੀ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਹੁਣ ਰਵਾਨਗੀ ਕਰਨੇ ਕਿ ਅਸੀਂ ਕਿਤੇ ਜਾਣਾ। ਸਾਰੇ ਖੁਸ਼ ਹੋ ਗਏ, ਇੱਜ਼ਤ ਬਚ ਗਈ। ਜਿਸ ਤਰ੍ਹਾਂ ਹੀ ਮਹਾਰਾਜ ਜੀ ਚਲੇ ਗਏ ਪੰਡਾਲ ਚੋਂ, ਤੇ ਗੱਦੀ ਸਾਹਮਣੀ ਸੀ, ਗੱਦੀ ਸਮੇਟਣੀ ਸੀਗੀ। ਤੇ ਜਦੋਂ ਉਹਨਾਂ ਨੇ ਕੱਪੜਾ ਚੁੱਕਿਆ ਤੇ ਉਹ ਟੋਕਰੀ ਨੂੰ ਸਿੱਧਾ ਕਰਨ ਲੱਗੇ ਕਿ ਵੀ ਦੇਖੀਏ ਕਿੰਨਾ ਪ੍ਰਸ਼ਾਦ ਬਚ ਗਿਆ, ਤੇ ਉਹਦੇ ਵਿੱਚ ਥੱਲੇ ਕੋਈ ਪ੍ਰਸ਼ਾਦ ਨਹੀਂ ਸੀ। ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਉਹ ਜਿਹੜਾ ਪ੍ਰਸ਼ਾਦ ਵੰਡਿਆ ਸੱਚਖੰਡ ਚੋਂ ਆਇਆ, ਕਿੱਥੋਂ ਆਇਆ। ਦਾਤੇ ਨੇ ਸਭ ਨੂੰ ਵਰਤਾਇਆ, ਸਭ ਨੂੰ ਵਰਤਾਇਆ। ਔਰ ਉਸ ਵੇਲੇ ਭਾਵੇਂ 10,000 ਹੋਰ ਵੀ ਆ ਜਾਂਦਾ, ਖਤਮ ਨਹੀਂ ਹੋਣਾ ਸੀ। ਪਰ ਦੇਖੋ ਜਦੋਂ ਉਹਨੇ ਚੁੱਕ ਕੇ ਦੇਖਿਆ ਤੇ ਉੱਥੇ ਕੋਈ ਪ੍ਰਸ਼ਾਦ ਨਹੀਂ ਸੀ। ਸੋ ਇਹੋ ਜਿਹੀਆਂ ਲੀਲਾ, ਇਹੋ ਜਿਹੇ ਕੋਤਕ ਸਾਡਾ ਦਾਤਾ ਕਰਦਾ। ਅਸੀਂ ਫਿਰ ਵੀ ਪਤਾ ਨਹੀਂ ਕਿਉਂ ਇੰਨਾ ਕੁਛ ਦੇਖਦੇ ਸੁਣਦੇ ਹੋਏ ਕਿਉਂ ਭਰਮਾਂ 'ਚ ਪੈ ਜਾਂਦੇ ਆ, ਕਿਉਂ ਡਰਦੇ ਆ, ਕੀ ਹੋਏਗਾ। ਨਹੀਂ, ਮਹਾਰਾਜ ਜੀ ਕਹਿੰਦੇ ਸੀ ਤੁਸੀਂ ਆਪਣੇ ਕੰਮ ਕਰੋ, ਬਾਕੀ ਮੇਰੇ ਤੇ ਛੱਡ ਦਿਓ। ਹਾਂ, ਕੰਮ ਕਰੋ ਪਰ ਮਨ ਸਾਫ਼ ਰੱਖੋ, ਮਨ ਸਾਫ਼ ਨਾ, ਤੁਹਾਡਾ ਵਾਲ ਵਿੰਗਾ ਨਹੀਂ ਹੋਏਗਾ। ਤੇ ਉਹ ਤੇ ਕਹਿੰਦੇ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਤੁਸੀਂ ਮਨ ਤਨ ਤੋਂ ਇੱਕ ਹੋ ਕੇ ਸਾਡਾ ਧਿਆਨ ਕਰਕੇ ਬੋਲ ਦੋਗੇ ਤੇ ਕਹਿੰਦੇ ਗੋਲੀ ਵੀ ਆਏਗੀ ਤੇ ਉਹ ਵੀ ਰੁਕ ਜਾਏਗੀ, ਉਹ ਵੀ ਤੁਹਾਨੂੰ ਛੂਹ ਕੇ ਚਲੀ ਜਾਏਗੀ। ਤੇ ਇਹ ਤੋਂ ਵੱਡਾ ਹੋਰ ਕੀ ਚਾਹੀਦਾ। ਔਰ ਇਹ ਉਹਨਾਂ ਕਰਕੇ ਵੀ ਦੱਸਿਆ ਲੋਨੀ ਦਰਬਾਰ ਤੇ 1983 ਚ ਹੋਇਆ ਸੀ, ਕਰਕੇ ਵੀ ਦੱਸਿਆ। ਔਰ ਨਾਲੇ ਤੁਸੀਂ ਗ੍ਰੇਵਜੈਂਟ ਵੀ ਦੇਖਿਆ, ਉੱਥੇ ਵੀ ਉਹਨਾਂ ਨੇ ਕਰਕੇ ਦੱਸਿਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 'ਚ ਬਹੁਤ ਤਾਕਤ ਹੈ। ਔਰ ਇਹ ਉਹ ਕਹਿੰਦੇ ਮੈਨੂੰ ਉਸ ਨਿਰੰਕਾਰ ਨੇ ਦਿੱਤਾ ਜਿਹਦੀ ਮੈਂ ਡਿਊਟੀ ਕਰਦਾ।
ਠੀਕ ਹੈ, ਤੇ ਸਾਨੂੰ ਇਹ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ, ਹਰ ਮੁਸੀਬਤ, ਹਰ ਔਕੜ ਵੇਲੇ ਤੇ ਬੋਲਣਾ ਹੀ ਚਾਹੀਦਾ ਹੈ। ਪਰ ਸਾਨੂੰ ਆਮ ਵੀ ਹਰ ਸੇਵਕ ਨੂੰ ਮਿਲਦਿਆਂ ਇਹ ਜ਼ਰੂਰ ਕਹਿਣਾ ਚਾਹੀਦਾ, ਚਾਹੇ ਉਹ ਕਵੇ ਚਾਹੇ ਨਾ ਕਵੇ, ਸਾਨੂੰ ਜ਼ਰੂਰ ਕਹਿਣਾ ਚਾਹੀਦਾ, ਕਿਉਂਕਿ ਸਾਡੇ ਦਾਤੇ ਦਾ ਮੁੱਖ ਵਾਕ ਹੈ। ਅੱਜ ਦੇ ਲਈ ਇੰਨਾ ਹੀ। ਅਗਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਏ ਇਹ ਪੜ੍ਹਦਿਆਂ ਨੂੰ, ਇਹ ਸੁਣਾਉਂਦਿਆਂ ਨੂੰ, ਤਾਂ ਮੈਂ ਮਾਫੀ ਚਾਹੁੰਦਾ, ਤੇ ਆਸ਼ਾ ਹੈ ਕਿ ਆਪ ਮਾਫ ਕਰ ਦੋਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ। ਹਾਂ, ਬਹੁਤ ਜਣਿਆਂ ਨੇ ਮੈਸੇਜ ਭੇਜੇ ਹੈ ਕਿ ਸਾਨੂੰ ਤੁਹਾਡਾ ਨੰਬਰ ਲੈਣ 'ਚ ਪ੍ਰੋਬਲਮ ਹੁੰਦੀ ਹੈ, ਤੇ ਕਈ ਨਹੀਂ ਦਿੰਦੇ, ਤੇ ਅੱਜ ਮੇਰਾ ਨੰਬਰ ਨੋਟ ਕਰ ਲਓ। ਅਗਰ ਆਪ ਇੰਡੀਆ ਹੋ ਜਾਂ ਇੰਗਲੈਂਡ ਤੋਂ ਬਾਹਰ ਹੋ, ਤੇ ਉੱਥੇ 0044 ਪਹਿਲੋਂ ਲੱਗੇਗਾ, 0044 ਪਹਿਲੋਂ ਲੱਗੇਗਾ, ਇਹ ਕੋਡ ਹੈਗਾ। ਉਸ ਤੋਂ ਬਾਅਦ ਮੇਰਾ ਨੰਬਰ ਹੈ 7735375638। ਧੰਨ ਗੁਰਦਸ਼।